ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਕੀ ਹਾਲ ਨੇ ਜੀ ਸਾਰਿਆਂ ਦੇ? ਉਮੀਦ ਕਰਦਾ ਵਧੀਆ ਹੋਵੋਗੇ। ਅਤੇ ਮੇਰੇ ਬਾਹਲੇ ਸਟੂਡੈਂਟ ਮੇਰੇ ਨਾਲ ਗੁੱਸੇ ਹੋਏ ਬੈਠੇ ਸੀ, ਕਹਿੰਦੇ ਸਰ ਜੀ ਜਿਵੇਂ ਜਿਵੇਂ ਤੁਹਾਡੇ ਸਬਸਕ੍ਰਾਈਬਰ ਵਧੀ ਜਾਂਦੇ ਹੋ ਜਿਵੇਂ ਤੁਸੀਂ ਲੈਕਚਰ ਘਟਾ ਰਹੇ ਹੋ। ਕੋਈ ਗੱਲ ਨਹੀਂ ਪੁੱਤਰੋ, ਗੁੱਸਾ ਨਾ ਕਰੋ ਇੰਨਾ, ਅਤੇ ਆਪਾਂ ਲੈਕਚਰ ਲਾਇਆ ਕਰਾਂਗੇ। ਥੋੜ੍ਹਾ ਜਿਹਾ ਨਾ ਤੁਹਾਨੂੰ ਪਤਾ ਹੀ ਹੈ ਯਾਰ, ਆਪਣੇ ਕਿਸੇ ਨਾ ਕਿਸੇ ਕੰਮ 'ਚ ਥੋੜ੍ਹੀ ਮੋਟੀ ਮਜਬੂਰੀ ਹੋ ਜਾਂਦੀ ਹੈ ਕਦੇ। ਅਤੇ ਦੇਖੋ ਜੀ, ਆਪਣਾ ਜਿਹੜਾ ਨਾ ਸਿਲੇਬਸ ਉਹਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਸੀ ਪ੍ਰੈਜ਼ੀਡੈਂਟ, ਅਤੇ ਇੱਕ ਦਿੱਤਾ ਹੋਇਆ ਸੀ ਵਾਈਸ ਪ੍ਰੈਜ਼ੀਡੈਂਟ। ਠੀਕ ਹੈ, ਪ੍ਰੈਜ਼ੀਡੈਂਟ ਬਾਰੇ ਆਪਾਂ ਗੱਲ ਕਰ ਲਈ। ਦੇਖੋ ਫੰਡਾਮੈਂਟਲ ਰਾਈਟ ਬਾਰੇ ਆਪਾਂ ਫੰਡਾਮੈਂਟਲ ਆਪਣਾ ਰਾਈਟ ਬਿਲਕੁਲ ਕਲੀਅਰ ਹੋ ਗਿਆ। ਜੇ ਫੰਡਾਮੈਂਟਲ ਰਾਈਟ ਦੇ ਵਿੱਚ ਆਪਰੇਸ਼ਨ ਹੁੰਦਾ ਤਾਂ ਜਿਹੜਾ ਮੈਂ ਤੁਹਾਨੂੰ ਕਰਵਾਇਆ ਇਹ ਤੋਂ ਬਾਅਦ ਆਪਰੇਸ਼ਨ ਨਹੀਂ ਆਊਗਾ। ਪ੍ਰਿੰਬਲ ਤੁਹਾਨੂੰ ਮੈਂ ਕਰਵਾਤਾ, ਠੀਕ ਹੈ। ਅਤੇ ਫੰਡਾਮੈਂਟਲ ਡਿਊਟੀਜ਼ ਕਰਵਾਤੀਆਂ, ਫੰਡਾਮੈਂਟਲ ਡਿਊਟੀਜ਼ ਵੀ ਆਪਣੀਆਂ ਹੋ ਗਈਆਂ, ਠੀਕ ਹੈ। ਅਤੇ ਹੋਰ ਆਪਣਾ ਕੀ ਹੋ ਗਿਆ, ਪ੍ਰੈਜ਼ੀਡੈਂਟ ਵੀ ਆਪਣਾ ਹੋ ਗਿਆ, ਠੀਕ ਹੈ। ਅਤੇ ਪ੍ਰੈਜ਼ੀਡੈਂਟ ਉਹਦੇ ਵਿੱਚ ਤੁਹਾਨੂੰ ਸਾਰੀਆਂ ਐਮਰਜੈਂਸੀਆਂ A to Z ਸਾਰੀਆਂ ਚੀਜ਼ਾਂ ਆਪਾਂ ਕਵਰ ਕਰਵਾਤੀਆਂ, ਠੀਕ ਹੈ। ਕੋਈ ਚੀਜ਼ ਨਹੀਂ ਰਹਿੰਦੀ ਜਿਹੜੀ ਤੁਹਾਨੂੰ ਕਵਰ ਕਰਵਾਉਣ ਨੂੰ ਨਾ ਰਹਿੰਦੀ ਹੋਵੇ। ਅਤੇ ਹੁਣ ਮਾੜਾ ਮੋਟਾ ਰਹਿ ਗਿਆ ਬਸ ਰਾਜ ਸਭਾ, ਉਹਦੇ ਤੁਹਾਨੂੰ ਕੰਮ ਦੱਸਣਾ ਕਿ ਕਿੰਨੇ ਉਹਦੇ ਮੈਂਬਰ ਹੁੰਦੇ, ਕਿੰਨੇ ਮੈਂਬਰ ਨਹੀਂ ਹੁੰਦੇ। ਬਸ ਉਹੀ ਪ੍ਰੋਸੈਸ ਰਹਿ ਗਿਆ, ਉਹ ਆਪਾਂ ਕਰ ਲਾਂਗੇ ਹੌਲੀ ਹੌਲੀ। ਐਡੇ ਚੱਕਰ 'ਚ ਪੈਣ ਦੀ ਕੋਈ ਲੋੜ ਨਹੀਂ, ਨਾ ਘਬਰਾਇਓ ਨਾ ਤੋਂ ਕਰੋ। ਅਤੇ ਲੈਕਚਰ ਆਪਣਾ ਸਾਰੇ ਲੱਗਿਆ ਕਰਨਗੇ ਪੁੱਤਰੋ, ਠੀਕ ਹੈ। ਇੱਕ ਤੁਹਾਡਾ ਜਿਹੜਾ ਆਪਦਾ ਕੰਮ ਆ ਉਹ ਜ਼ਰੂਰ ਕਰਦਿਆ ਕਰੋ, ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ, ਠੀਕ ਹੈ। ਹੋਰ ਆਪਾਂ ਤਾਂ ਕੁਛ ਨਹੀਂ ਮੰਗਦੇ, ਠੀਕ ਹੈ, ਕਿਉਂਕਿ ਤੁਸੀਂ ਮੇਰੇ ਵਿਸ਼ਵਾਸ ਕਰਕੇ ਆਏ ਹੋ ਯਾਰ। ਅਤੇ ਮੈਨੂੰ ਵੀ ਉਹ ਵਧੀਆ ਨਹੀਂ ਲੱਗਦਾ ਜਦੋਂ ਤੁਹਾਨੂੰ ਲੈਕਚਰ ਨਹੀਂ ਮਿਲਦਾ ਸਹੀ ਟਾਈਮ 'ਤੇ। ਅਤੇ ਬਸ ਥੋੜ੍ਹੀ ਮੋਟੀ ਪੁੱਤਰੋ ਮਜਬੂਰੀ ਹੋ ਜਾਂਦੀ ਕਦੇ ਕਦੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੀ ਕਰਨਾ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਪੁੱਤਰੋ, ਅਤੇ ਰਾਸ਼ਟਰਪਤੀ ਦੇ ਸਾਰੇ ਕੰਮਾਂ ਬਾਰੇ ਆਪਾਂ ਚਾਨਣਾ ਪਾਵਾਂਗੇ। ਕੀ ਕੀ ਰਾਸ਼ਟਰਪਤੀ ਦੇ ਕੰਮ ਹੈ, ਉਪ ਰਾਸ਼ਟਰਪਤੀ ਦੇ ਕੀ ਕੰਮ ਹੈ। ਦੇਖੋ ਸਭ ਤੋਂ ਪਹਿਲਾਂ ਬੱਚੋ ਜਿਹੜਾ ਆ ਗਿਆ ਆਰਟੀਕਲ 63। ਆਰਟੀਕਲ 63 ਦੇ ਵਿੱਚ ਆਪਾਂ ਇਹ ਗੱਲ ਕਰਨੀ ਹੈ। ਦੇਖੋ ਇੱਕ ਤੁਸੀਂ ਆਪਾਂ ਪੜ੍ਹ ਕੇ ਗਏ ਸੀ ਪਿਛਲੀ ਵਾਰ, ਆਰਟੀਕਲ 52 ਤੋਂ ਲੈ ਕੇ 61 ਤੱਕ ਜਿਹੜੀ ਗੱਲ ਹੁੰਦੀ ਹੈ ਉਹ ਹੁੰਦੀ ਹੈ ਪ੍ਰੈਜ਼ੀਡੈਂਟ ਦੀ। ਪ੍ਰੈਜ਼ੀਡੈਂਟ ਦੀ ਕਿਵੇਂ ਚੋਣ ਹੁੰਦੀ ਹੈ, ਕੀ ਪ੍ਰੋਸੈਸ ਹੁੰਦਾ ਪ੍ਰੈਜ਼ੀਡੈਂਟ ਦਾ, ਉਹ ਤੁਹਾਨੂੰ ਮੈਂ ਕਰਵਾ ਕੇ ਗਿਆ ਭਾਈ। ਉਹ ਤੁਸੀਂ ਆਪਦੇ ਆਪ ਕਰਨਾ, ਠੀਕ ਹੈ। ਉਹਦੇ ਵਿੱਚ ਮੇਰੀ ਕੋਈ ਉਹ ਜ਼ਿੰਮੇਵਾਰੀ ਨਹੀਂ ਹੈਗੀ। ਮੇਰਾ ਕੰਮ ਬੱਚੋ ਸਿਰਫ ਤੁਹਾਨੂੰ ਪੜ੍ਹਾਉਣਾ ਗਾ, ਠੀਕ ਹੈ। ਅਤੇ ਬਾਕੀ ਕਰਨਾ ਤੁਹਾਡਾ ਆਪਦਾ ਕੰਮ ਹੈ। ਦੇਖੋ ਟੀਚਰ ਦਾ ਜਿਹੜਾ ਕੰਮ ਹੁੰਦਾ, ਮੈਂ ਟੀਚਰ ਤਾਂ ਆਪਦੇ ਆਪ ਨੂੰ ਕਹਿ ਨਹੀਂ ਸਕਦਾ, ਕਿਉਂਕਿ ਤੁਹਾਡੇ ਵਰਗੇ ਮੈਂ ਆਂਗਾ, ਠੀਕ ਹੈ। ਅਤੇ ਕਿਉਂਕਿ ਆਪਾਂ ਕਦੇ ਵੀ ਟੀਚਰ ਵਾਲਾ ਕੰਮ ਨਾ ਤਾਂ ਕਦੇ ਰੱਖੀਏ ਨਾ ਕਦੇ ਰੱਖਣਾ। ਆਪਾਂ ਸਿਰਫ ਇੱਕ ਯਾਰਾਂ ਦੋਸਤਾਂ ਨਾਲ ਅਤੇ ਭੈਣ ਭਰਾਵਾਂ ਨਾਲ ਰਿਸ਼ਤੇ ਹੀ ਰੱਖਣਾ, ਠੀਕ ਹੈ। ਅਤੇ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਾਈਸ ਪ੍ਰੈਜ਼ੀਡੈਂਟ ਬਾਰੇ। ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਕਹਿ ਦਿੰਦੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਉਪ ਰਾਸ਼ਟਰਪਤੀ। ਵਿੱਚ ਮੈਨੂੰ ਕਹਿੰਦਾ ਸਰ ਤੁਸੀਂ ਕਾਹਲੀ ਬਾਹਲੀ ਬੋਲ ਦਿਓ, ਸਮਝ ਘੱਟ ਆਉਂਦੀ, ਤਾਂ ਕਰਕੇ ਮੈਂ ਹੌਲੀ ਹੌਲੀ ਬੋਲ ਰਿਹਾ ਭਾਈ। ਅਟਲ ਬਿਹਾਰੀ ਉਹ ਨਹੀਂ ਸੀ, ਅਟਲ ਬਿਹਾਰੀ ਵਾਜਪਾਈ ਹੌਲੀ ਹੌਲੀ ਬੋਲਦਾ ਸੀ, ਘੰਟੇ ਬਾਅਦ ਉਵੇਂ ਮੈਂ ਬੋਲੂੰ ਅੱਜ ਮੈਂ। ਸਭ ਤੋਂ ਪਹਿਲਾਂ ਪੁੱਤਰੋ ਆਪਾਂ ਗੱਲ ਕਰਦੇ ਹਾਂ ਆਰਟੀਕਲ 63 ਦੇ ਵਿੱਚ। ਆਰਟੀਕਲ 63 ਦੇ ਵਿੱਚ ਕੀ ਕਿਹਾ ਗਿਆ ਹੈਗਾ? ਆਰਟੀਕਲ 63 ਦੇ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਇੱਕ ਉਪ ਰਾਸ਼ਟਰਪਤੀ ਹੋਵੇਗਾ, ਠੀਕ ਹੈ। ਇੱਥੇ ਉੱਪਰ ਲਿਖਣਾ ਸੀ ਬੱਚੋ, ਗਲਤੀ ਹੋ ਗਈ। ਭਾਰਤ ਦੇ ਵਿੱਚ ਇੱਕ ਉਪ ਰਾਸ਼ਟਰਪਤੀ ਹੋਵੇਗਾ। ਅਤੇ ਜਿਹੜਾ ਆਰਟੀਕਲ ਜਿਹੜੀ ਰਾਸ਼ਟਰਪਤੀ ਦੀ ਗੱਲ ਹੈ ਇਹ ਕਹੀ ਗਈ ਆ ਆਰਟੀਕਲ 52 ਦੇ ਵਿੱਚ, ਕਿ ਭਾਰਤ ਦੇ ਵਿੱਚ ਇੱਕ ਰਾਸ਼ਟਰਪਤੀ ਹੋਊਗਾ। ਆਰਟੀਕਲ 63 ਦੇ ਵਿੱਚ ਕੀ ਕਿਹਾ ਗਿਆ ਹੈਗਾ ਕਿ ਭਾਰਤ ਦੇ ਵਿੱਚ ਇੱਕ ਉਪ ਰਾਸ਼ਟਰਪਤੀ ਹੋਊਗਾ ਪੁੱਤਰੋ। ਇਹ ਗੱਲ ਧਿਆਨ ਨਾਲ ਸੁਣਨੀ ਹੈ। ਦੂਜੀ ਗੱਲ, ਜਿਹੜਾ ਇਹ ਰਾਸ਼ਟਰਪਤੀ ਵਾਲਾ ਅਹੁਦਾ ਹੈਗਾ, ਉਪ ਰਾਸ਼ਟਰਪਤੀ ਵਾਲਾ, ਇਹ ਕਿਹਤੋਂ ਲੈਤਾ ਆਪਾਂ? ਇਹ ਲੈਤਾ ਆਪਾਂ USA ਤੋਂ ਲੈਤਾ ਭਾਈ ਇਹ ਅਹੁਦਾ ਆਪਾਂ, ਠੀਕ ਹੈ। ਗੱਲ ਕਲੀਅਰ ਹੈ। ਬਸ ਪ੍ਰਸ਼ਨ ਆ ਸਕਦਾ ਕਿ ਕਿਹੜੇ ਆਰਟੀਕਲ ਦੇ ਵਿੱਚ ਕਿਹਾ ਹੋਇਆ ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਵੇਗਾ, ਜਾਂ ਆਰਟੀਕਲ 63 ਦੇ ਵਿੱਚ ਕੀ ਲਿਖਿਆ ਹੋਇਆ, ਜਾਂ ਇਹ ਕਿਹਤੋਂ ਲੈਤਾ ਹੋਇਆ। ਤਿੰਨ ਪ੍ਰਸ਼ਨ ਬਣ ਗਏ ਇੱਥੋਂ। ਇਸ ਤੋਂ ਬਾਅਦ ਅੱਗੇ ਜੀ ਆਰਟੀਕਲ 64। ਆਰਟੀਕਲ 64 ਦੇ ਵਿੱਚ ਕੀ ਲਿਖਿਆ ਹੋਇਆ? ਚੇਅਰਮੈਨ ਆਫ ਰਾਜ ਸਭਾ। ਇਹ ਪ੍ਰਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ। ਦੇਖੋ ਪ੍ਰਸ਼ਨ ਆਇਆ ਹੋਇਆ ਪੇਪਰ ਦੇ ਵਿੱਚ ਪਿਛਲੀ ਵਾਰ ਕਿ ਰਾਜ ਸਭਾ ਹੁੰਦੀ ਜਿਹੜੀ ਆਪਣੀ, ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਗਾ, ਜਾਂ ਰਾਜ ਸਭਾ ਨੂੰ ਕੌਣ ਸੰਭਾਲਦਾ ਗਾ? ਰਾਜ ਸਭਾ ਦਾ ਚੇਅਰਮੈਨ ਹੁੰਦਾ ਭਾਈ ਉਪ ਰਾਸ਼ਟਰਪਤੀ। ਇਹ ਗੱਲ ਯਾਦ ਰੱਖਣੀ ਹੈ, ਉਪ ਰਾਸ਼ਟਰਪਤੀ ਹੁੰਦਾ ਰਾਜ ਸਭਾ ਦਾ ਚੇਅਰਮੈਨ। ਇਹ ਗੱਲ ਦਿਮਾਗ 'ਚ ਬਿਠਾ ਲਓ ਚੰਗੀ ਤਰ੍ਹਾਂ ਪੁੱਤਰੋ। ਦੇਖੋ ਇੱਕ ਤੁਹਾਨੂੰ ਗੱਲ ਸਮਝਾਉਣਾ, ਆਪਣੇ ਦੋ ਹੁੰਦੀਆਂ, ਠੀਕ ਹੈ, ਦੋ ਸਭਾ ਹੁੰਦੀਆਂ ਮੇਨ ਆਪਣੇ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਦੇ ਕਿੰਨੇ ਮੈਂਬਰ ਹੁੰਦੇ ਆ? ਲੋਕ ਸਭਾ ਦੇ ਹੁੰਦੇ ਸ਼ਾਇਦ 545 ਹੁੰਦੇ ਆ ਲੋਕ ਸਭਾ ਦੇ। ਅਤੇ ਰਾਜ ਸਭਾ ਦੇ ਕਿੰਨੇ ਹੁੰਦੇ ਆ? 245 ਹੁੰਦੇ ਆ। ਜਿਹੜਾ ਤਾਂ ਲੋਕ ਸਭਾ ਹੁੰਦੀ ਹੈ ਪੁੱਤਰੋ, ਠੀਕ ਹੈ, ਜਿਹੜੀ ਲੋਕ ਸਭਾ ਹੁੰਦੀ ਹੈ, ਲੋਕ ਸਭਾ ਦੇ ਮੈਂਬਰ ਹੁੰਦੇ ਇਹ ਆਪਦੇ ਵਿੱਚੋਂ ਇੱਕ ਮੈਂਬਰ ਚੁਣਦੇ ਹੁੰਦੇ ਆ, ਠੀਕ ਹੈ। ਇਹ ਆਪਦੇ ਵਿੱਚੋਂ ਇੱਕ ਮੈਂਬਰ ਚੁਣਦੇ ਹੁੰਦੇ ਆ, ਲੋਕ ਸਭਾ ਦੇ ਮੈਂਬਰ ਹੁੰਦੇ ਆ ਜਿਹੜੇ। ਅਤੇ ਇਹ ਆਪਦੇ ਵਿੱਚੋਂ ਇੱਕ ਮੈਂਬਰ ਨੂੰ ਚੁਣ ਕੇ ਕੀ ਬਣਾ ਦਿੰਦੇ, ਉਹਨੂੰ ਸਪੀਕਰ ਬਣਾ ਦਿੰਦੇ ਆ, ਠੀਕ ਹੈ। ਸਪੀਕਰ ਬਣਾ ਦਿੰਦੇ ਆ, ਠੀਕ ਹੈ। ਲੋਕ ਸਭਾ ਦੇ ਵਿੱਚ ਜਿੰਨੇ ਵੀ MP ਹੁੰਦੇ ਆ, ਠੀਕ ਹੈ, ਇਹ ਆਪਦੇ ਵਿੱਚ ਇੱਕ MP ਕੱਢ ਲੈਂਦੇ ਆਪਦਾ ਭਾਈ ਲੋਕ ਸਭਾ ਵਾਲੇ, ਕਿ ਭਾਈ ਆਹ ਸਾਡਾ MP ਹੈਗਾ, ਠੀਕ ਹੈ। ਇਹ ਹੁਣ ਕੀ ਬਣੂਗਾ? ਇਹ ਸਪੀਕਰ ਬਣੂਗਾ। ਦੂਸਰੀ ਗੱਲ, ਅਤੇ ਆਪਣਾ ਇਸ ਟਾਈਮ ਸਪੀਕਰ ਕੌਣ ਆ ਲੋਕ ਸਭਾ ਦਾ? ਓਮ ਬਿਰਲਾ। ਇਹ ਵੀ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਗੱਲ ਆ ਗਈ ਰਾਜ ਸਭਾ ਦੀ। ਜਿਹੜਾ ਰਾਜ ਸਭਾ ਦਾ ਮੈਂਬਰ ਹੁੰਦਾ ਗਾ,
ਠੀਕ ਹੈ। ਰਾਜ ਸਭਾ ਦਾ ਚੇਅਰਮੈਨ ਹੁੰਦਾ ਜਿਹੜਾ, ਉਹ ਕੀ ਹੁੰਦਾ ਪੁੱਤਰੋ, ਉਹ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੁੰਦਾ, ਉਹ ਅਲੱਗ ਚੁਣਿਆ ਹੋਇਆ ਹੁੰਦਾ, ਉਹ ਇਹਨਾਂ ਦੇ ਵਿੱਚੋਂ ਨਹੀਂ ਹੁੰਦਾ। ਇਹ ਗੱਲ ਯਾਦ ਰੱਖਣੀ ਹੈ। ਓਕੇ ਜੀ। ਇਹ ਪ੍ਰਸ਼ਨ ਵੀ ਆ ਸਕਦਾ, ਉਹ ਕਿਹੜੀ ਭਾਈ ਸਭਾ ਹੈਗੀ, ਰਾਜ ਸਭਾ ਜਾਂ ਲੋਕ ਸਭਾ ਹੈਗਾ, ਜਿਹਦਾ ਚੇਅਰਮੈਨ ਉਹਨਾਂ ਦੇ ਵਿੱਚੋਂ ਨਹੀਂ ਹੁੰਦਾ, ਉਹਨਾਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਉਹਨਾਂ ਦੇ ਵਿੱਚੋਂ ਹੀ ਨਹੀਂ ਹੁੰਦਾ, ਤਾਂ ਉਹ ਕਿਹੜਾ ਹੁੰਦਾ ਗਾ, ਚੇਅਰਮੈਨ ਹੁੰਦਾ ਗਾ। ਕੌਣ ਹੁੰਦਾ, ਰਾਜ ਸਭਾ ਦਾ ਚੇਅਰਮੈਨ ਹੁੰਦਾ ਵਾਈਸ ਪ੍ਰੈਜ਼ੀਡੈਂਟ। ਓਕੇ, ਵੈਰੀ ਗੁੱਡ ਪੁੱਤਰੋ, ਇੰਨੀ ਧਿਆਨ ਨਾਲ ਪੜ੍ਹ ਲਓ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਆਰਟੀਕਲ 65 ਦੇ ਵਿੱਚ ਕੀ ਲਿਖਿਆ ਹੋਇਆ ਹੈ। ਆਰਟੀਕਲ 65 ਦੇ ਵਿੱਚ ਭਾਈ ਇਹ ਲਿਖਿਆ ਹੋਇਆ ਹੈਗਾ, ਇਸ ਆਰਟੀਕਲ ਦੇ ਤਹਿਤ ਆਰਜੀ ਰਾਸ਼ਟਰਪਤੀ ਲਗਾਇਆ ਜਾ ਸਕਦਾ ਹੈ। ਦੇਖੋ ਮੰਨ ਲਓ ਜਿਹੜਾ ਆਪਣਾ ਰਾਸ਼ਟਰਪਤੀ ਹੈਗਾ, ਠੀਕ ਹੈ, ਮੰਨ ਲਓ ਉਹ ਕਿਤੇ ਟੂਰ 'ਤੇ ਗਿਆ ਹੋਇਆ ਹੈਗਾ, ਠੀਕ ਹੈ, ਬਾਹਰ ਘੁੰਮਣ ਗਿਆ ਹੋਇਆ ਕਿਤੇ, ਜਾਂ ਉਹ ਬਿਮਾਰ ਹੈ, ਠੀਕ ਹੈ, ਜਾਂ ਉਹ 'ਤੇ ਇੰਪੀਚਮੈਂਟ ਚੱਲ ਰਹੀ ਹੈ, ਠੀਕ ਹੈ, ਜਾਂ ਉਹ ਲਾਤਾ ਗੱਦੀ ਤੋਂ, ਜਾਂ ਉਹ ਗੱਦੀ ਤੋਂ ਲਾਤਾ। ਇਹ ਜਿਹੇ ਅਨੇਕਾਂ ਕਾਰਨਾਂ ਦੇ ਵਿੱਚ ਕੀ ਹੋਊਗਾ ਭਾਈ, ਇਹ ਜਿਹੇ ਅਨੇਕਾਂ ਕਾਰਨਾਂ ਦੇ ਵਿੱਚ ਉਹਦੀ ਸੀਟ 'ਤੇ ਕਿਹਨੂੰ ਬਿਠਾਇਆ ਜਾਊਗਾ, ਉਹਦੀ ਸੀਟ 'ਤੇ ਬਿਠਾਇਆ ਜਾਊਗਾ ਵਾਈਸ ਪ੍ਰੈਜ਼ੀਡੈਂਟ ਨੂੰ। ਵਾਈਸ ਪ੍ਰੈਜ਼ੀਡੈਂਟ ਉਹਨਾਂ ਟਾਈਮ ਉਹਦੀ ਸੀਟ 'ਤੇ ਬੈਠਾ ਰਹੂਗਾ। ਵੈਸੇ ਤਾਂ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਇਹਦਾ, ਕੰਮ ਸਿਰਫ ਰਾਜ ਸਭਾ ਦੇ ਵਿੱਚ ਅਧਿਅਕਸ਼ ਦਾ ਕੰਮ ਹੈਗਾ। ਇਹਦਾ ਬਸ ਵਿਚਾਰਾ ਇੱਕ ਬੈਠਾ ਨਾ, ਜਿਵੇਂ ਬਿੱਲੀ ਨਹੀਂ ਝਾਕਦੀ ਹੁੰਦੀ, ਇਹ ਬਿੱਲੀ ਨੂੰ ਝਾਕੀ ਜਾਂਦਾ ਗਾ ਕਿ ਰਾਸ਼ਟਰਪਤੀ ਨੂੰ ਕੁਛ ਹੋ ਜੇ, ਰਾਸ਼ਟਰਪਤੀ ਮਰ ਜੇ, ਰਾਸ਼ਟਰਪਤੀ ਨੂੰ ਬਿਮਾਰ ਹੋ ਜੇ। ਇਹਨੂੰ ਐਂ ਹੁੰਦਾ ਕਿ ਜੇ ਉਹਨੂੰ ਕੁਛ ਹੋਊਗਾ ਫਿਰ ਹੀ ਮੈਂ ਉਹਦੀ ਗੱਦੀ 'ਤੇ ਬੈਠੂੰਗਾ, ਠੀਕ ਹੈ। ਅਤੇ ਫਿਰ ਹੀ ਦੂਸਰੀ ਗੱਲ ਇਹ, ਜਦੋਂ ਇਹ ਇਹਦੀ ਰਾਸ਼ਟਰਪਤੀ ਹੁੰਦਾ ਜਿਹੜਾ ਉਪ ਰਾਸ਼ਟਰਪਤੀ, ਜਦੋਂ ਇਹ ਰਾਸ਼ਟਰਪਤੀ ਦੀ ਗੱਦੀ 'ਤੇ ਬਹਿ ਗਿਆ ਪੁੱਤਰੋ, ਜਦੋਂ ਰਾਸ਼ਟਰਪਤੀ ਗੱਦੀ 'ਤੇ ਬਹਿ ਗਿਆ ਤਾਂ ਸਾਰੇ ਕੰਮ ਜਿਹੜੇ ਰਾਸ਼ਟਰਪਤੀ ਵਾਲੇ ਹੋਣਗੇ ਇਹ ਕਰੂਗਾ ਵਾਈਸ ਪ੍ਰੈਜ਼ੀਡੈਂਟ, ਠੀਕ ਹੈ, ਅਤੇ ਵਾਈਸ ਪ੍ਰੈਜ਼ੀਡੈਂਟ ਕਰੂਗਾ ਇਹ ਕੰਮ। ਓਕੇ, ਇਹ ਗੱਲ ਧਿਆਨ ਰੱਖਣੀ ਹੈ ਪੁੱਤਰੋ ਤੁਸੀਂ, ਠੀਕ ਹੈ ਜੀ। ਦੂਸਰੀ ਗੱਲ ਕੀ ਹੋਊਗਾ ਬੱਚੋ, ਇਸ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਹੋਊਗਾ, ਦੇਖੋ ਰਾਸ਼ਟਰਪਤੀ ਤਾਂ ਹੈ ਨਹੀਂ, ਜਾਂ ਰਾਸ਼ਟਰਪਤੀ ਤੁਹਾਨੂੰ ਦੱਸਿਆ 4 ਕਾਰਨਾਂ ਕਰਕੇ ਕਿਸੇ ਕਾਰਨ ਵੀ ਰਾਸ਼ਟਰਪਤੀ ਵਗ ਗਿਆ, ਉਹਦੇ 'ਤੇ ਉਪ ਰਾਸ਼ਟਰਪਤੀ ਪੈ ਜਾਊਗਾ, ਠੀਕ ਹੈ। ਪਰ ਜਿਹੜਾ ਰਾਜ ਸਭਾ ਦਾ ਕਾਰਜਕਾਲ ਆ ਬੱਚੋ, ਰਾਜ ਸਭਾ ਪਹਿਲਾਂ ਤਾਂ ਹੈਗੀ ਸੀ, ਰਾਜ ਸਭਾ ਦਾ ਚੇਅਰਮੈਨ ਸੀ। ਜਦੋਂ ਇਹ ਭਾਈ ਰਾਜ ਸਭਾ ਦਾ ਚੇਅਰਮੈਨ ਸੀ, ਜਦੋਂ ਇਹ ਕੀ ਹੋ ਗਿਆ, ਵਾਈਸ ਪ੍ਰੈਜ਼ੀਡੈਂਟ ਬਣ ਗਿਆ, ਤਾਂ ਇਹਦਾ ਸੀਟ ਤਾਂ ਖਾਲੀ ਹੋ ਗਈ ਵਾਈਸ ਪ੍ਰੈਜ਼ੀਡੈਂਟ ਦੀ। ਤਾਂ ਉੱਥੇ ਇੱਕ ਜਿਹੜਾ ਉਪ ਰਾਸ਼ਟਰਪਤੀ ਹੋਊਗਾ, ਉਪ ਰਾਸ਼ਟਰਪਤੀ ਥੱਲੇ ਵੀ ਇੱਕ ਕੰਮ ਕਰਦਾ ਹੁੰਦਾ ਗਾ, ਉਹਨੂੰ ਵੀ ਆਪਾਂ ਉਪ ਰਾਸ਼ਟਰਪਤੀ ਕਹਿ ਦਿੰਦੇ, ਉਹ ਰੈਂਕ ਛੋਟਾ ਹੁੰਦਾ ਤਾਂ ਉਹਨਾਂ ਚਿਰ ਉਹ ਕੰਮ ਸੰਭਾਲੂਗਾ। ਦੂਸਰੀ ਗੱਲ, ਜਦੋਂ ਵਾਈਸ ਪ੍ਰੈਜ਼ੀਡੈਂਟ ਬਣ ਗਿਆ, ਠੀਕ ਹੈ, ਤਾਂ ਜਿਹੜੀ ਵੀ ਸੈਲਰੀ ਹੋਊਗੀ, ਜਿਹੜੀ ਵੀ ਸੈਲਰੀ ਰਾਸ਼ਟਰਪਤੀ ਦੀ ਹੋਊਗੀ, ਜਿਹੜੀਆਂ ਵੀ ਪਾਵਰਾਂ ਰਾਸ਼ਟਰਪਤੀ ਦੀਆਂ ਹੋਣਗੀਆਂ, ਜਿਹੜੇ ਵੀ ਇਹ ਪਾਵਰ ਰਾਸ਼ਟਰਪਤੀ ਦੇ ਕੋਲ ਹੋਊਗੀ, ਉਹ ਸਾਰੀ ਪਾਵਰ ਐਟੋਮੈਟਿਕ ਹੀ ਵਾਈਸ ਪ੍ਰੈਜ਼ੀਡੈਂਟ ਕੋਲ ਚਲੀ ਜਾਊਗੀ, ਠੀਕ ਹੈ। ਇਹ ਗੱਲ ਧਿਆਨ ਨਾਲ ਰੱਖਣੀ ਹੈ। ਓਕੇ ਜੀ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਅੱਗੇ, ਆਰਟੀਕਲ 66 ਦੇ ਵਿੱਚ ਕੀ ਲਿਖਿਆ ਹੋਇਆ ਹੈ। ਆਰਟੀਕਲ 66 ਦੇ ਵਿੱਚ ਲਿਖਿਆ ਹੋਇਆ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ। ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਕਿਵੇਂ ਹੁੰਦੀ ਹੈ, ਇਹਦੀਆਂ ਵੋਟਾਂ ਪੈ ਕੇ ਕਿਵੇਂ ਸਿਲੈਕਸ਼ਨ ਕੀਤੀ ਜਾਂਦੀ ਹੈ। ਆਪਾਂ ਤਾਂ ਕਦੇ ਉਪ ਰਾਸ਼ਟਰਪਤੀ ਦੀਆਂ ਵੋਟਾਂ ਪਾਈਆਂ ਹੀ ਨਹੀਂ, ਤਾਂ ਇਹਦੀਆਂ ਵੋਟਾਂ ਕਿੱਥੇ ਪੈਂਦੀਆਂ, ਉਹਦੇ ਬਾਰੇ ਹੁਣ ਆਪਾਂ ਆਰਟੀਕਲ ਦੇ ਵਿੱਚ ਗੱਲ ਕਰਾਂ, ਠੀਕ ਹੈ ਜੀ। ਦੇਖੋ ਇਹ ਜਿਹੜਾ ਇਲੈਕਸ਼ਨ ਹੁੰਦੀ ਹੈ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ, ਇਹਨੂੰ ਕੌਣ ਚੁਣਦਾ, ਵਾਈਸ ਪ੍ਰੈਜ਼ੀਡੈਂਟ ਨੂੰ। ਦੇਖੋ ਇਹਨੂੰ ਵੀ ਪੁੱਤਰੋ ਉਹੀ ਕੰਮ ਹੈਗਾ ਜਿਹੜਾ ਰਾਸ਼ਟਰਪਤੀ ਦਾ ਕੰਮ ਹੈਗਾ। ਇਹਦੇ ਵਿੱਚ ਕੀ ਹੁੰਦਾ ਗਾ, ਲੋਕ ਸਭਾ ਪਲੱਸ ਰਾਜ ਸਭਾ ਦੇ ਮੈਂਬਰ ਆਪਸ ਦੇ ਵਿੱਚ ਵੋਟ ਪਾਉਂਦੇ ਆ, ਉਹਨਾਂ ਦਾ ਵੋਟ ਪਾਉਣੀ ਹੈ। ਨਾਲ ਇਹਦੇ ਕੌਣ ਪਾਉਂਦੇ ਆ, 2 ਐਂਗਲੋ ਇੰਡੀਅਨ, ਠੀਕ ਹੈ, 2 ਐਂਗਲੋ ਇੰਡੀਅਨ ਹੋ ਜਾਂਦੇ ਆ, ਅਤੇ 12 ਜਿਹੜੇ ਮਨੋਮੀਤ ਕੀਤੇ ਜਾਂਦੇ ਆ, 12 ਰਾਜ ਸਭਾ ਦੁਆਰਾ ਮਨੋਮੀਤ ਕੀਤੇ ਜਾਂਦੇ ਉਹ ਪਾਉਂਦੇ ਆ, ਅਤੇ 2 ਪਾਉਂਦੇ ਆ ਐਂਗਲੋ ਇੰਡੀਅਨ। ਇਹ ਗੱਲ ਯਾਦ ਰੱਖਣੀ ਹੈ। ਇਹ 2 ਵੋਟਾਂ ਪਾਉਂਦੇ ਆ ਕਿਹਦੇ ਵਿੱਚ, ਉਪ ਰਾਸ਼ਟਰਪਤੀ ਦੇ ਵਿੱਚ। ਪਰ ਰਾਸ਼ਟਰਪਤੀ ਦੀ ਜਦੋਂ ਚੋਣ ਹੁੰਦੀ ਹੈ ਉਦੋਂ ਇਹ ਨਾ ਤਾਂ ਐਂਗਲੋ ਵੋਟ ਪਾਉਣ ਅਤੇ ਨਾ ਪਾਉਣ ਆਹ ਜਿਹੜੇ 12 ਚੁਣੇ ਹੋਏ ਹੁੰਦੇ ਆ ਕਿਸੇ ਵਿਸ਼ੇਸ਼ ਖਿੱਤੇ ਦੇ ਵਿੱਚ ਰਾਸ਼ਟਰਪਤੀ ਦੁਆਰਾ। ਹੁਣ ਪ੍ਰਸ਼ਨ ਇਹ ਆਇਆ ਸੀ ਪਿਛਲੀ ਵਾਲੇ ਪੇਪਰ ਦੇ ਵਿੱਚ, ਬਹੁਤ ਹਾਈ ਲੈਵਲ ਦੇ ਪੇਪਰ UPSC ਦੇ ਵਿੱਚ ਪੇਪਰ ਆਇਆ ਹੋਇਆ, IPS ਪੇਪਰ ਦੇ ਵਿੱਚ ਇਹ ਪ੍ਰਸ਼ਨ। ਉਹਦੇ ਵਿੱਚ ਕੀ ਪੁੱਛਿਆ ਇਹਨਾਂ ਨੇ, ਉਹਦੇ ਵਿੱਚ ਇਹ ਗੱਲ ਪੁੱਛੀ ਹੈ ਕਿ ਭਾਈ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ, ਇਲੈਕਸ਼ਨ ਹੁੰਦੀ ਹੈ, ਠੀਕ ਹੈ, ਉਦੋਂ ਰਾਜ ਸਭਾ ਪਲੱਸ ਲੋਕ ਸਭਾ, ਇਹਦੇ ਵਿੱਚ ਜਿਹੜੇ ਮੈਂਬਰ ਚੁਣੇ ਹੁੰਦੇ, ਜਿਵੇਂ ਲੋਕ ਸਭਾ ਦੇ ਵਿੱਚ 2 ਮੈਂਬਰ ਚੁਣਦਾ ਰਾਸ਼ਟਰਪਤੀ, ਰਾਜ ਸਭਾ ਦੇ ਵਿੱਚੋਂ 12 ਚੁਣਦਾ, ਜਿਹੜੇ ਕਿਸੇ ਵਿਸ਼ੇਸ਼ ਖਿੱਤੇ ਨਾਲ ਸੰਬੰਧਿਤ ਹੁੰਦੇ ਆ, ਸਾਇੰਸ ਦੇ, ਕਲਾ ਦੇ ਵਿੱਚ, ਲਿਟਰੇਚਰ ਦੇ ਵਿੱਚ ਸੰਬੰਧ, ਉਹ ਵੋਟ ਪਾਉਂਦੇ ਆ। ਪਰ ਜਦੋਂ ਰਾਸ਼ਟਰਪਤੀ ਦੀ ਸਿਲੈਕਸ਼ਨ ਹੁੰਦੀ ਆ ਉਦੋਂ ਭਾਈ ਆਹ ਬੰਦੇ ਵੋਟ ਕਿਉਂ ਨਹੀਂ ਪਾਉਂਦੇ, ਇਹ ਪ੍ਰਸ਼ਨ ਆਇਆ ਹੋਇਆ ਸੀ। ਉਪ ਰਾਸ਼ਟਰਪਤੀ ਵੇਲੇ ਤਾਂ ਇਹ ਬੰਦੇ ਵੋਟ ਪਾਉਂਦੇ ਆ, ਠੀਕ ਹੈ, ਪਰ ਰਾਸ਼ਟਰਪਤੀ ਵਾਲੇ ਇਹ ਵੋਟ ਪਾਉਂਦੇ ਨਹੀਂ। ਕਿਉਂ ਨਹੀਂ ਪਾਉਂਦੇ, ਉਹ ਤੁਸੀਂ ਧਿਆਨ ਨਾਲ ਸਮਝੋ। ਇਹ ਭਾਈ ਰਾਸ਼ਟਰਪਤੀ ਵੇਲੇ ਵੋਟ ਤਾਂ ਨਹੀਂ ਪਾਉਂਦੇ ਕਿਉਂਕਿ ਰਾਸ਼ਟਰਪਤੀ ਹੀ ਚੁਣਦਾ ਇਹਨਾਂ ਨੂੰ, ਕਿਉਂਕਿ ਰਾਸ਼ਟਰਪਤੀ ਦੁਆਰਾ ਹੀ ਚੁਣੇ ਹੋਏ ਹੁੰਦੇ ਆ ਇਹ, ਤਾਂ ਕਰਕੇ ਰਾਸ਼ਟਰਪਤੀ ਇਹ ਦੁਬਾਰਾ ਚੁਣਨ ਕਰਕੇ ਇਹ ਵੋਟ ਨਹੀਂ ਪਾ ਸਕਦੇ। ਤਾਂ ਆਪਾਂ ਨੂੰ ਪਤਾ ਹੀ ਹੈਗਾ ਕਿ ਜਦੋਂ ਰਾਸ਼ਟਰਪਤੀ ਨੇ ਇਹਨਾਂ ਨੂੰ ਚੁਣ ਲਿਆ, ਇਹ ਤਾਂ ਹੁਣ ਰਾਸ਼ਟਰਪਤੀ ਨੂੰ ਵੋਟ ਪਾਉਣਗੇ, ਆਖਣਗੇ ਰਾਸ਼ਟਰਪਤੀ ਨੇ ਸਾਨੂੰ ਚੁਣਿਆ ਸੀ, ਇਹਨੂੰ ਵੋਟ ਪਾਈਏ, ਠੀਕ ਹੈ। ਤਾਂ ਕਰਕੇ ਉਦੋਂ ਇਹਨਾਂ ਦੀ ਸਮਾਪਤੀ ਕਰ ਦਿੰਦੇ ਆ, ਉਦੋਂ ਇਹ ਸਸਪੈਂਡ ਹੋ ਜਾਂਦੇ ਉਹ ਟਾਈਮ ਦੇ ਵਿੱਚ। ਜਦੋਂ ਉਪ ਰਾਸ਼ਟਰਪਤੀ ਹੋਊਗਾ ਉਦੋਂ ਇਹ ਵੋਟ ਪਾ ਸਕਦੇ ਆ,
ਠੀਕ ਹੈ ਜੀ, ਕਿਉਂਕਿ ਰਾਸ਼ਟਰਪਤੀ ਦਾ ਨਹੀਂ ਸਿਲੈਕਸ਼ਨ ਕਰਦਾ, ਉਪ ਰਾਸ਼ਟਰਪਤੀ ਨਹੀਂ ਸਿਲੈਕਸ਼ਨ ਕਰਦਾ, ਇਹਨੇ ਸਿਲੈਕਸ਼ਨ ਓਨਲੀ ਰਾਸ਼ਟਰਪਤੀ ਕਰਦਾ ਹੈ। ਦੂਸਰੀ ਗੱਲ ਯੋਗਤਾ ਦੇਖ ਲਓ, ਇਹ ਜਿਹੜੀ ਇਹ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਇਹਦੇ ਵਿੱਚ ਹੀ ਯੋਗਤਾ ਆ ਗਈ ਇਹਦੀ, ਠੀਕ ਹੈ, ਅਲੱਗ ਤੋਂ ਨਹੀਂ ਬਣਾਇਆ ਆਰਟੀਕਲ, ਇਹਦਾ ਆਰਟੀਕਲ ਬਹੁਤ ਹੋ ਜਾਂਦੇ, ਇਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਕਰਾਤੀਆਂ। ਉਪ ਰਾਸ਼ਟਰਪਤੀ ਬਣਨ ਵਾਸਤੇ ਕੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਆਪਣੇ ਕੋਲ? ਇੱਕ ਤਾਂ ਆਪਾਂ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹੈ, ਇੱਕ ਆਪਣੀ 35 ਸਾਲ ਉਮਰ ਹੋਣੀ ਚਾਹੀਦੀ ਹੈ, ਇੱਕ 15,000 ਰੁਪਏ ਜ਼ਮਾਨਤ ਹੋਣੀ ਚਾਹੀਦੀ ਹੈ। ਇੱਕ ਤੁਸੀਂ ਆਮ ਗੱਲ ਦੇਖੀ ਹੋਊਗੀ, ਅੱਧੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਆਪਾਂ ਕਹਿੰਦੇ ਫਲਾਣੇ ਬੰਦੇ ਦੀ ਜ਼ਮਾਨਤ ਜ਼ਬਤ ਹੋ ਗਈ, ਫਲਾਣੇ ਬੰਦੇ ਦੀ ਜ਼ਮਾਨਤ ਐਂ ਹੋ ਗਈ, ਫਲਾਣੇ ਬੰਦੇ ਦੀ ਜ਼ਮਾਨਤ ਵੋਟ ਬਹੁਤ ਘੱਟ ਸੀ, ਜ਼ਮਾਨਤ ਘੱਟ ਗਈ। ਇਹ ਜ਼ਮਾਨਤ ਹੁੰਦੀ ਹੈ, ਉਹ ਜ਼ਮਾਨਤ ਨਹੀਂ ਹੁੰਦੀ ਜਿਹੜੀ ਆਪਾਂ ਕੈਦੀਆਂ ਦੀ ਕਰਵਾ ਕੇ ਲਿਆਉਂਦੇ ਹਾਂ, ਉਹ ਜ਼ਮਾਨਤ ਨਹੀਂ ਹੁੰਦੀ। ਇਹ ਜ਼ਮਾਨਤ ਉਹ ਹੁੰਦੀ ਹੈ ਕਿ ਜਦੋਂ ਆਪਾਂ ਕੋਈ ਵੀ ਇਲੈਕਸ਼ਨ ਲੜਨਾ ਹੈਗਾ, ਆਪਾਂ ਕੋਈ ਵੀ ਇਲੈਕਸ਼ਨ ਲੜਨਾ, ਮੰਨ ਲਓ ਮੈਂ MLA ਖੜਾ ਹੋ ਗਿਆ ਉਹਦੇ ਹਲਕੇ ਦੇ ਵਿੱਚੋਂ, ਠੀਕ ਹੈ, ਮੇਰਾ ਚੋਣ ਨਿਸ਼ਾਨ ਹੈਗਾ ਮੋਮਬੱਤੀ, ਸਾਡੇ ਹੈਗਾ ਸੀ ਇੱਕ ਮੋਮਬੱਤੀ ਵਾਲਾ, ਉਹ ਤੁਹਾਨੂੰ ਦੱਸਦਾ, ਉਹ ਮੋਮਬੱਤੀ ਦਾ ਬਾਈ ਉਹ ਗਰੀਬ ਜਿਹਾ ਸੀ ਵਿਚਾਰਾ, ਭੋਲਾ ਜਿਹਾ ਸੀ ਸ਼ਕਲ ਤੋਂ, ਅਤੇ ਉਹ ਮੋਮਬੱਤੀ ਚੋਣ ਨਿਸ਼ਾਨ ਲੈ ਕੇ ਉਹ ਖੜਾ ਹੋ ਗਿਆ, ਅਤੇ ਲੋਕਾਂ ਨੇ ਉਹਨੂੰ ਤਰਸ ਦੇ ਆਧਾਰ 'ਤੇ ਚੌੜ ਕਰਦੇ ਕਹਿੰਦੇ ਨਹੀਂ ਵੋਟਾਂ ਪਾ ਦਿਓ, ਜਿੱਤ ਗਿਆ ਸੀ ਕਰਾਂ, ਠੀਕ ਹੈ। ਅਤੇ ਉਵੇਂ ਜੇ ਮੰਨ ਲਓ ਕਿ ਮੈਂ ਬਣਨਾ MLA, ਠੀਕ ਹੈ, ਅਤੇ ਮੈਂ ਭਾਈ ਜ਼ਮਾਨਤ ਭਰਤੀ, ਉਹ ਜ਼ਮਾਨਤ ਹੁੰਦੀ ਹੈ ਕੋਈ 5,000 ਹੁੰਦੀ ਹੈ, ਕੋਈ 10,000, ਮਤਲਬ 5,000 ਰੁਪਏ ਜ਼ਮਾਨਤ ਹੁੰਦੀ, ਇੰਨੀ ਕੀ ਹੁੰਦੀ ਹੈ, ਬਾਹਲੀ ਨਹੀਂ ਹੁੰਦੀ। ਭਰਤੀ ਭਾਈ ਕਿ ਮੈਂ MLA ਉੱਠਣਾ ਹੈ, ਵੋਟਾਂ ਉੱਥੇ ਮੈਨੂੰ ਜਿੰਨੀਆਂ ਵੋਟਾਂ ਦੀ ਲਿਮਟ ਹੈ ਕਿ 5% ਵੋਟਾਂ ਪੈਣੀਆਂ ਚਾਹੀਦੀਆਂ, 10% ਵੋਟਾਂ ਪੈਣੀਆਂ ਚਾਹੀਦੀਆਂ ਦੂਜੀਆਂ ਟੋਟਲ ਵੋਟਾਂ ਦਾ, ਅਤੇ ਮੈਨੂੰ ਉਹਨੀਆਂ ਪੈਣ ਨਾ, ਤਾਂ ਫਿਰ ਉਹ ਜਿਹੜੇ ਮੇਰੇ 5,000 ਰੁਪਈਆ ਇਹ ਆਪਦੇ ਕੋਲ ਹੀ ਰੱਖ ਲੈਣਗੇ ਦਫ਼ਤਰ ਵਾਲੇ। ਜੇ ਮੈਨੂੰ ਜਿੰਨੀ ਦੀ ਲਿਮਟ ਹੈਗੀ ਉਹ ਤੋਂ ਵੱਧ ਵੋਟਾਂ ਪੈਣਗੀਆਂ, ਚਾਹੇ ਮੈਂ ਹਾਰ ਹੀ ਜਾਵਾਂ, ਫਿਰ ਉਹ ਮੇਰੇ ਜਿਹੜੇ ਮੇਰੇ ਰੁਪਈਏ ਲੱਗੇ ਹੋਣਗੇ, ਚਾਹੇ ਮੇਰਾ 5,000 ਲੱਗਿਆ ਹੋਵੇ, ਚਾਹੇ ਮੇਰਾ 10,000 ਲੱਗਿਆ, ਉਹ ਮੈਨੂੰ ਜ਼ਮਾਨਤ ਵਾਪਸ ਕਰ ਦੇਣਗੇ ਆਪਦੀ। ਤਾਂ ਕਰਕੇ ਕਹਿੰਦੇ ਜ਼ਮਾਨਤ ਜ਼ਬਤ ਹੋ ਗਈ, ਜਿਹਨੂੰ ਵੋਟਾਂ ਘੱਟ ਪੈਂਦੀਆਂ ਹੈਗੀਆਂ, ਜਿੰਨਾ ਡਾਟਾ ਕੱਢਿਆ ਵਾ ਹੁੰਦਾ ਉਹਨਾਂ ਦਾ, ਜਿਹਨੂੰ ਘੱਟ ਪੈਂਦੀਆਂ ਵੋਟਾਂ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ, ਜਿਹਨੂੰ ਕਟੀਰੀਆ ਆਵਾਜ਼ ਥੋੜ੍ਹੀਆਂ ਜਿਹੀਆਂ ਵੋਟਾਂ ਜ਼ਿਆਦਾ ਪੈ ਜਾਣ, ਭਾਵੇਂ ਉਹ ਹਾਰ ਹੀ ਜਾਵੇ, ਅਤੇ ਫਿਰ ਉਹਦੀ ਜ਼ਮਾਨਤ ਨੂੰ ਦੇ ਦਿੰਦੇ ਹੁੰਦੇ ਆ, ਠੀਕ ਹੈ। ਤਾਂ ਕਰਕੇ ਜ਼ਮਾਨਤ ਕਿੰਨੀ ਹੈ? 15,000 ਰੁਪਈਆ ਭਰ ਕੇ ਇਹ ਚੋਣ ਲੜ ਸਕਦਾ ਹੈਗਾ। ਨੰਬਰ 4 'ਤੇ ਉਹ ਨਾ ਤਾਂ ਲੋਕ ਸਭਾ ਦਾ ਅਤੇ ਨਾ ਹੀ ਰਾਜ ਸਭਾ ਦਾ ਮੈਂਬਰ ਹੋਣਾ ਚਾਹੀਦਾ ਹੈਗਾ, ਠੀਕ ਹੈ। ਜਿਵੇਂ ਆਪਾਂ ਰਾਸ਼ਟਰਪਤੀ ਦੇ ਵਿੱਚ ਪੜ੍ਹੇ, ਰਾਸ਼ਟਰਪਤੀ ਦੇ ਵਿੱਚ ਇਹ ਪੜ੍ਹਿਆ ਸੀ ਕਿ ਉਹ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਕੁਆਲੀਫਾਈ ਹੋਣਾ ਚਾਹੀਦਾ ਹੈ, ਪਰ ਇਹ ਵਿੱਚ ਕੁਛ ਨਹੀਂ ਲਿਖਿਆ ਨੇ, ਇਹ ਲਿਖਿਆ ਕਿ ਨਾ ਤਾਂ ਉਹ ਲੋਕ ਸਭਾ ਦਾ ਮੈਂਬਰ ਹੋਣਾ ਚਾਹੀਦਾ, ਨਾ ਹੀ ਰਾਜ ਸਭਾ ਦਾ ਮੈਂਬਰ ਹੋਣਾ ਚਾਹੀਦਾ। ਪਾਗਲ ਨਹੀਂ ਹੋਣਾ ਚਾਹੀਦਾ, ਇਹ ਗਲਤ ਲਿਖਤਾ, ਪਾਗਲ ਹੋਣਾ ਚਾਹੀਦਾ ਹੈ ਨਾ, ਉਹ ਇਹਦਾ ਚੌੜ ਕਰੀ ਜਾਂਦਾ, ਪਾਗਲ ਨਹੀਂ ਹੋਣਾ ਚਾਹੀਦਾ, ਠੀਕ ਹੈ। ਤਾਂ ਪਤਾ ਹੀ ਹੁਣ ਪਾਗਲ ਨੂੰ ਕੌਣ ਉਪ ਰਾਸ਼ਟਰਪਤੀ ਬਣਾਉਣ ਲੱਗੇ, ਤੇ ਕੋਈ ਸਿਆਣੇ ਬਿਆਣੇ ਨੂੰ ਨਹੀਂ ਬਣਾ ਰਿਹਾ, ਦੁਬਾਰੇ ਫਿਰ ਲਿਖਿਆ ਗਿਆ ਪਾਗਲ ਨਹੀਂ ਹੋਣਾ ਚਾਹੀਦਾ, ਹੈ ਨਾ, ਬਸ ਇੱਥੋਂ ਤੱਕ। ਆਰਟੀਕਲ 67 ਦੇ ਵਿੱਚ ਕੀ ਕਿਹਾ ਗਿਆ ਹੈਗਾ? ਆਰਟੀਕਲ 67 ਦੇ ਵਿੱਚ ਪੁੱਤਰੋ ਇਹ ਗੱਲ ਕਹੀ ਗਈ ਹੈ ਕਿ ਭਾਈ ਜਿਹੜਾ ਇਹਦਾ ਉਪ ਰਾਸ਼ਟਰਪਤੀ ਦਾ ਕਾਰਜਕਾਲ ਹੋਊਗਾ, ਉਪ ਰਾਸ਼ਟਰਪਤੀ ਦਾ ਕਾਰਜਕਾਲ ਹੋਊਗਾ ਉਹ 5 ਸਾਲ ਦਾ ਹੋਵੇਗਾ। ਉਪ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਦਾ ਹੋਊਗਾ, ਇਹ ਗੱਲ ਧਿਆਨ ਰੱਖਣੀ ਹੈ ਸਾਰਿਆਂ ਨੇ, ਓਕੇ ਜੀ। ਉਸ ਦਾ ਕੀ ਹੋਊਗਾ ਬੱਚਿਓ? ਉਹਦਾ ਕਾਰਜਕਾਲ 5 ਸਾਲ ਦਾ ਹੋਊਗਾ, ਇਹ ਗੱਲ ਤਾਂ ਇਹ ਸਮਝ ਲਓ। ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਆ ਉਹ ਮੈਂ ਤੁਹਾਨੂੰ ਸਮਝਾਉਣ ਲੱਗਿਆ ਹੈਗਾ। ਜਿਹੜਾ ਇਹ ਉਪ ਰਾਸ਼ਟਰਪਤੀ ਹੁੰਦਾ ਪੁੱਤਰੋ, ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ, ਇਹਨੂੰ ਜਿਹੜਾ ਹਟਾਇਆ ਜਾ ਸਕਦਾ, ਹਟਾਉਣ ਮਤਲਬ ਇਹਨੂੰ ਆਪਾਂ ਉਪ ਰਾਸ਼ਟਰਪਤੀ ਨੂੰ ਹਟਾਉਣਾ ਗਾ, ਇਹ ਆਪਾਂ ਕਿਵੇਂ ਹਟਾਵਾਂਗੇ? ਉਪ ਰਾਸ਼ਟਰਪਤੀ ਨੂੰ ਜਦੋਂ ਆਪਾਂ ਹਟਾਉਣਾ ਹੋਊਗਾ, ਉਦੋਂ ਆਪਾਂ ਬਿੱਲ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਕਰਾਂਗੇ ਤਾਂ ਰਾਜ ਸਭਾ ਦੇ ਵਿੱਚ ਪਾਸ ਕਰਾਂਗੇ, ਇਹ ਗੱਲ ਸਮਝਣੀ ਹੈ। ਜਦੋਂ ਆਪਾਂ ਭਾਈ ਰਾਸ਼ਟਰਪਤੀ ਨੂੰ ਹਟਾਵਾਂਗੇ, ਉਪ ਰਾਸ਼ਟਰਪਤੀ ਨੂੰ ਹਟਾਵਾਂਗੇ, ਤਾਂ ਸਭ ਤੋਂ ਪਹਿਲਾਂ ਬਿੱਲ ਕਾਹਦੇ 'ਚ ਪਾਸ ਹੋਊਗਾ? ਰਾਜ ਸਭਾ ਦੇ ਵਿੱਚ ਪਾਸ ਹੋਊਗਾ, ਠੀਕ ਹੈ। ਕਿਉਂਕਿ ਮੈਂਬਰ ਕੀ ਚੇਅਰਮੈਨ ਕਿਹਦਾ? ਉਪ ਰਾਸ਼ਟਰਪਤੀ। ਉਪ ਰਾਸ਼ਟਰਪਤੀ ਜਿਹੜਾ ਬੱਚਿਓ ਇਹ ਰਾਜ ਸਭਾ ਦਾ ਚੇਅਰਮੈਨ ਹੁੰਦਾ, ਇਹ ਗੱਲ ਯਾਦ ਰੱਖ ਲਓ, ਦਿਮਾਗ 'ਚ ਬਿਠਾ ਲਓ ਇਹ, ਠੀਕ ਹੈ। ਜਦੋਂ ਉਪ ਰਾਸ਼ਟਰਪਤੀ ਨੂੰ ਹਟਾਵਾਂਗੇ ਆਪਾਂ, ਤਾਂ ਰਾਜ ਸਭਾ ਦੇ ਵਿੱਚ ਹੀ ਤਾਂ ਸਭ ਤੋਂ ਪਹਿਲਾਂ ਵਿਰੋਧ ਕੀਤਾ ਜਾਊਗਾ। ਅਤੇ ਵਿਰੋਧ ਕਿਵੇਂ ਕਰਿਆ ਜਾਊਗਾ? 1/4 ਮੈਂਬਰਾਂ ਦਾ, 1/4 ਕਿੰਨਾ ਹੋ ਗਿਆ? 25% ਲੋਕਾਂ ਦੀ, ਮਤਲਬ 100 ਦੇ ਵਿੱਚੋਂ 25% ਲੋਕ ਇਹ ਕਹਿਣਗੇ ਭਾਈ ਕੀ ਕਰਨਾ, ਅਸੀਂ ਇਹਨੂੰ ਹਟਾਉਣਾ ਚਾਹੁੰਦੇ ਹਾਂ, ਠੀਕ ਹੈ। 100 ਦੇ ਵਿੱਚੋਂ 25 ਬੰਦੇ ਕਹਿਣਗੇ 100 ਦੇ ਵਿੱਚੋਂ ਕਿ ਅਸੀਂ ਭਾਈ ਕੀ ਕਰਨਾ ਗਾ, ਇਹਨੂੰ ਹਟਾਉਣਾ ਉਪ ਰਾਸ਼ਟਰਪਤੀ ਨੂੰ, ਕਹਿਣਗੇ ਠੀਕ ਹੈ ਹਟਾ ਦਿਓ। ਇਸ ਤੋਂ ਬਾਅਦ ਉਹਨਾਂ ਨੂੰ ਬਿੱਲ ਪਾਸ ਕਰਨਾ ਪਊਗਾ ਇੱਥੇ ਰਾਜ ਸਭਾ ਦੇ ਵਿੱਚ। ਪਹਿਲਾਂ ਤਾਂ ਇੰਨੇ ਲੋਕਾਂ ਨੇ ਤਾਂ ਕਹਿਤਾ ਸਾਨੂੰ ਪਾਸ, ਅਸੀਂ ਭਾਈ ਇਹਨੂੰ ਹਟਾਉਣਾ ਚਾਹੁੰਦੇ ਹਾਂ, 25% ਲੋਕਾਂ ਨੇ ਕਹਿਤਾ। ਇਸ ਤੋਂ ਬਾਅਦ ਉਹ ਕਹਿਣਗੇ ਜੇ ਭਾਈ ਤੁਸੀਂ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਂ ਕਰੋ, 2/3 ਮੈਜੋਰਟੀ ਲੈ ਕੇ ਆਓ। ਕਹਿਣ ਦਾ ਮਤਲਬ 66% ਲੋਕਾਂ ਦੀ ਹਾਂ ਕਰਾਓ ਤੁਸੀਂ ਕਿ ਜੇ ਤੁਸੀਂ ਉਪ ਰਾਸ਼ਟਰਪਤੀ ਨੂੰ ਹਟਾਉਣਾ ਗਾ। ਇਸ ਤੋਂ ਬਾਅਦ ਕੀ ਹੋਊਗਾ? 66% ਲੋਕਾਂ ਨੇ ਜਦੋਂ ਹਾਂ ਕਰਤੀ ਤਾਂ ਇਹ ਰਾਜ ਸਭਾ ਤੋਂ ਬਿੱਲ ਜਾਊਗਾ ਲੋਕ ਸਭਾ ਦੇ ਵਿੱਚ, ਅਤੇ 14 ਦਿਨ ਪਹਿਲਾਂ ਇਹਨੂੰ ਇੱਕ ਨੋਟਿਸ ਭੇਜਿਆ ਜਾਊਗਾ ਹਟਾਉਣ ਵਾਸਤੇ, ਠੀਕ ਹੈ। ਇਹ ਪ੍ਰਸ਼ਨ ਆ ਜਾਂਦਾ ਕਿ ਜਦੋਂ ਵੀ ਕਿਸੇ ਨੂੰ ਗੱਦੀ ਤੋਂ ਲਾਉਣਾ, ਰਾਸ਼ਟਰਪਤੀ ਨੂੰ ਲਾਉਣਾ, ਇੰਪੀਚਮੈਂਟ ਕਰਨੀ ਜੋ ਉਪ ਰਾਸ਼ਟਰਪਤੀ ਨੂੰ, ਕਿੰਨੇ ਦਿਨ ਪਹਿਲਾਂ ਉਸ ਨੂੰ ਨੋਟਿਸ ਭੇਜਿਆ ਜਾਂਦਾ ਹੈਗਾ? 14 ਦਿਨ ਪਹਿਲਾਂ ਉਸ ਨੂੰ ਨੋਟਿਸ ਭੇਜਿਆ ਜਾਂਦਾ ਹੈ। ਮੁੜ ਕੇ ਲੋਕ ਸਭਾ ਕੋਲ ਜਾਊਗਾ ਉਹ ਮਾਮਲਾ ਤਾਂ ਚੱਲੀ ਪਿਆ ਹੈਗਾ। ਇਹ ਤੋਂ ਬਾਅਦ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਊਗਾ। ਲੋਕ ਸਭਾ ਦੇ ਵਿੱਚ ਵੀ ਉਹੀ ਕੰਮ ਹੋਊਗਾ, 2/3% ਦਾ ਕੀ ਬਣ ਗਿਆ? 66%। 66% ਲੋਕਾਂ ਨੂੰ ਇੱਥੇ ਫੇਰ ਸਹਿਮਤੀ ਦੇਣੀ ਹੋਊਗੀ, ਫਿਰ ਕੀ ਹੋ ਜਾਊਗਾ? ਉਪ ਰਾਸ਼ਟਰਪਤੀ ਹਟਾਇਆ ਜਾਊਗਾ, ਠੀਕ ਹੈ। ਪਰ ਅੱਜ ਤੱਕ ਕਿਸੇ ਵੀ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਨੂੰ ਅੱਜ ਤੱਕ ਬਿਲਕੁਲ ਵੀ ਨਹੀਂ ਹਟਾਇਆ ਗਿਆ, ਠੀਕ ਹੈ। ਇੱਕ ਦੀ ਵੀ ਕਿਸੇ ਦੀ ਇੰਪੀਚਮੈਂਟ ਨਹੀਂ ਹੋਈ ਅੱਜ ਤੱਕ। ਇਹ ਜਿਹੜਾ ਮੈਥਡ ਆਪਾਂ ਸਾਰਾ ਲੈਤਾ ਹੋਇਆ ਇੰਪੀਚਮੈਂਟ ਦਾ, ਇਹ ਆਪਾਂ USA ਤੋਂ ਲੈਤਾ ਹੋਇਆ, ਓਕੇ।
ਇਸ ਤੋਂ ਬਾਅਦ ਚੁਣਾਵ ਦਾ ਸਮਾਂ ਤਾਂ ਤੁਹਾਨੂੰ ਪਤਾ ਹੀ ਹੈਗਾ। ਦੇਖੋ ਜੀ, ਇਸ ਤੋਂ ਬਾਅਦ ਆਪਾਂ ਕਰ ਲਏ ਸੀ ਕਰ ਲਿਆ ਸੀ ਕਾਰਜਕਾਲ, ਹੈ ਨਾ, ਕਿ 5 ਸਾਲ ਦਾ ਹੁੰਦਾ। ਇਸ ਤੋਂ ਬਾਅਦ ਆ ਗਿਆ ਚੁਣਾਵ ਦਾ ਸਮਾਂ। ਜਿਹੜਾ ਚੁਣਾਵ ਦਾ ਸਮਾਂ ਹੁੰਦਾ, ਚੁਣਾਵ ਦਾ ਸਮਾਂ ਕੋਈ ਨਹੀਂ ਹੁੰਦਾ, ਇਹਨੂੰ ਕਿੰਨੇ ਟਾਈਮ ਦੇ ਵਿੱਚ ਵੀ ਚੁਣ ਸਕਦੇ ਹਾਂ ਆਪਾਂ। ਪਰ ਰਾਸ਼ਟਰਪਤੀ ਦੀ ਜਿਹੜੀ ਸੀਟ ਹੁੰਦੀ ਹੈ, ਜਿਹੜੀ ਰਾਸ਼ਟਰਪਤੀ ਸੀਟ ਹੁੰਦੀ ਹੈ, ਉਹ 6 ਮਹੀਨੇ ਦੇ ਵਿੱਚ ਭਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਠੀਕ ਹੈ, ਆਪਣੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਕਿ 6 ਮਹੀਨੇ ਦੇ ਵਿੱਚ ਹਰ ਹਾਲ ਦੇ ਵਿੱਚ ਆਪਾਂ ਨੂੰ ਰਾਸ਼ਟਰਪਤੀ ਦੀ ਸੀਟ ਭਰਨੀ ਹੀ ਭਰਨੀ ਪਊਗੀ। ਉਪ ਰਾਸ਼ਟਰਪਤੀ ਦਾ ਕੋਈ ਚੱਕਰ ਨਹੀਂ, ਭਾਵੇਂ ਤੁਸੀਂ 2 ਦਿਨਾਂ 'ਚ ਭਰ ਲਓ, ਭਾਵੇਂ 2 ਮਹੀਨੇ ਨੂੰ ਭਰ ਲਓ। ਠੀਕ ਹੈ, ਉਹਦਾ ਕੋਈ ਪਰਫੈਕਟ ਟਾਈਮ ਨਹੀਂ ਹੈਗਾ। ਦੂਸਰੀ ਗੱਲ, ਇੱਕ ਤੁਹਾਡੇ ਨਾਲ ਗੱਲ ਹੋਰ ਕਰਨੀ ਹੈ ਕਿ ਮੰਨ ਲਓ ਇਹ ਪ੍ਰਸ਼ਨ ਆਇਆ ਹੋਇਆ ਪੇਪਰ ਦੇ ਵਿੱਚ, 2020 ਚੱਲੀ ਜਾਂਦਾ, 2021 ਚੱਲੀ ਜਾਂਦਾ, 5 ਸਾਲ ਦਾ ਕਾਰਜਕਾਲ ਹੋ ਜਾਊਗਾ, 2026 ਤੱਕ ਕੀ ਹੋਊਗਾ, ਰਾਸ਼ਟਰਪਤੀ ਰਾਜ ਕਰੂਗਾ। ਠੀਕ ਹੈ, ਮੰਨ ਲਓ 2023 ਦੇ ਵਿੱਚ ਆ ਕੇ ਰਾਸ਼ਟਰਪਤੀ ਮਰ ਗਿਆ, 2023 ਦੇ ਵਿੱਚ ਆ ਕੇ ਰਾਸ਼ਟਰਪਤੀ ਮਰ ਗਿਆ, ਉਹ ਰਾਸ਼ਟਰਪਤੀ ਦੀ ਥਾਂ 'ਤੇ ਕੌਣ ਬੈਠੂਗਾ ਜਾ ਕੇ? ਫਿਰ ਵਾਈਸ ਪ੍ਰੈਜ਼ੀਡੈਂਟ, ਉਪ ਰਾਸ਼ਟਰਪਤੀ ਬੈਠੂਗਾ। ਹੁਣ ਤੁਸੀਂ ਮੈਨੂੰ ਇਹ ਦੱਸਣਾ ਗਾ ਕਿ ਜਿਹੜਾ ਇਹ ਉਪ ਰਾਸ਼ਟਰਪਤੀ ਹੈਗਾ, ਇਹ ਅਗਲੇ 3 ਸਾਲਾਂ ਵਾਸਤੇ ਬਣੂਗਾ ਕਿ ਅਗਲੇ 5 ਸਾਲਾਂ ਵਾਸਤੇ ਬਣੂਗਾ? ਇਹ ਪ੍ਰਸ਼ਨ ਪੇਪਰ ਦੇ ਵਿੱਚ ਆਇਆ ਹੋਇਆ ਕਿ ਮੰਨ ਲਓ 2021 ਦੇ ਵਿੱਚ ਬੈਠਾ ਸੀ, 2 ਸਾਲ ਤਾਂ ਇਹ ਪੂਰੇ ਕਰ ਹੀ ਗਿਆ, 3 ਸਾਲ ਹੀ ਕਰ ਗਿਆ, 21 'ਚ ਬਣਿਆ 22 23। ਠੀਕ ਹੈ, 2-3 ਸਾਲ ਪੂਰੇ ਕਰ ਗਿਆ ਭਾਈ ਇਹ। ਇਹ ਤੋਂ ਬਾਅਦ ਜਿਹੜੇ ਸਾਲ ਰਹਿ ਗਏ, ਇਹ ਤੋਂ ਬਾਅਦ 2-3 ਸਾਲ ਹੋ ਰਹਿ ਗਏ, ਹੈ ਨਾ, ਅਤੇ 2-3 ਸਾਲ ਜਿਹੜੇ ਰਹਿ ਗਏ ਉਹਦੇ ਵਿੱਚ ਜਿਹੜਾ ਰਾਸ਼ਟਰਪਤੀ ਹੈ, ਇਹ ਉਪ ਰਾਸ਼ਟਰਪਤੀ ਜਿਹੜਾ ਉਹਦੀ ਸੀਟ 'ਤੇ ਬਹਿ ਗਿਆ ਰਾਸ਼ਟਰਪਤੀ ਦੀ, 'ਤੇ ਇਹ 2026 ਤੱਕ ਬੈਠੂਗਾ ਕਿ ਅਗਲੇ 5 ਸਾਲਾਂ ਤੱਕ ਬੈਠੂਗਾ? ਇਹ ਗੱਲ ਧਿਆਨ ਨਾਲ ਬੈਠੋ ਭਾਈ। ਜੇ ਮੰਨ ਲਓ 2021 ਚੱਲ ਰਿਹਾ ਹੈਗਾ, 2026 ਤੱਕ ਉਹਦਾ ਕਾਰਜਕਾਲ ਹੈ, ਜੇ ਉਹ 2025 ਦੇ ਵਿੱਚ ਵੀ ਵਾਈਸ ਪ੍ਰੈਜ਼ੀਡੈਂਟ ਮਰ ਜਾਂਦਾ ਹੈ, 2025 ਦੇ ਵਿੱਚ ਵੀ ਪ੍ਰੈਜ਼ੀਡੈਂਟ ਦੀ ਕਿਸੇ ਕਾਰਨ ਡੈਥ ਹੋ ਜਾਂਦੀ ਹੈ, ਤਾਂ ਜਿਹੜੀ ਉਹਦੀ ਸੀਟ 'ਤੇ ਵਾਈਸ ਪ੍ਰੈਜ਼ੀਡੈਂਟ ਬੈਠੂਗਾ ਭਾਈ, ਉਹ ਅਗਲੇ 5 ਸਾਲਾਂ ਵਾਸਤੇ ਬੈਠੂਗਾ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਅਗਲੇ 5 ਸਾਲਾਂ ਵਾਸਤੇ ਉਹ ਬੈਠੂਗਾ ਉਹਦੀ ਸੀਟ 'ਤੇ। ਇਹ ਨਹੀਂ ਹੈਗਾ ਕਿ ਭਾਵੇਂ ਉਹਦਾ 1 ਸਾਲ ਰਹਿੰਦਾ ਹੋਵੇ, ਭਾਵੇਂ 6 ਮਹੀਨੇ ਰਹਿੰਦੇ ਹੋਣ, ਜਦੋਂ ਇੱਕ ਵਾਰੀ ਡੈਥ ਹੋ ਗਈ, ਜਿਹੜਾ ਅਗਲਾ ਬੈਠੂਗਾ ਵਾਈਸ ਪ੍ਰੈਜ਼ੀਡੈਂਟ, ਉਹ 5 ਸਾਲਾਂ ਵਾਸਤੇ ਆਟੋਮੈਟਿਕਲੀ ਸਿਲੈਕਟਡ ਹੋ ਜਾਊਗਾ। ਇਹ ਆਪਣੇ ਸੰਵਿਧਾਨ ਦੇ ਵਿੱਚ ਲਿਖਤੀ ਉਹਨਾਂ ਨੇ ਇਹ ਗੱਲ। ਠੀਕ ਹੈ, ਇਸ ਤੋਂ ਬਾਅਦ ਆਰਟੀਕਲ 69 ਦੇ ਵਿੱਚ ਕੀ ਲਿਖਿਆ ਹੋਇਆ ਹੈਗਾ? ਚੁਣਾਵ ਦਾ ਤਰੀਕਾ ਤੁਹਾਨੂੰ ਮੈਂ ਦੱਸ ਹੀ ਦਿੱਤਾ। ਚੁਣਾਵ ਦਾ ਤਰੀਕਾ ਕੀ ਹੈਗਾ? ਚੁਣਾਵ ਦਾ ਤਰੀਕਾ ਇਹ ਹੈ ਕਿ ਇਹਦਾ ਪਦ ਆਪਾਂ ਜਦੋਂ ਵੀ ਮਰਜ਼ੀ ਭਰ ਸਕਦੇ ਹਾਂਗੇ, ਪਰ ਰਾਸ਼ਟਰਪਤੀ ਦਾ ਪਦ 6 ਮਹੀਨੇ ਦੇ ਵਿੱਚ ਭਰਨਾ ਜ਼ਰੂਰੀ ਹੁੰਦਾ ਗਾ। ਆਰਟੀਕਲ 69 ਦੇ ਵਿੱਚ ਕੀ ਹੁੰਦਾ ਗਾ? ਔਥ ਚੁਕਾਈ ਜਾਂਦੀ ਹੈ। ਔਥ ਦਾ ਮਤਲਬ ਹੁੰਦਾ ਸਹੁੰ ਚੁਕਾਈ ਜਾਂਦੀ ਹੈ ਆਰਟੀਕਲ 69 ਦੇ ਵਿੱਚ। ਬਸ ਇੰਨੀ ਯਾਦ ਹੀ ਕਰ ਲਓ, ਬੜੀ ਡਿਟੇਲ 'ਚ ਜਾਣ ਦੀ ਲੋੜ ਨਹੀਂ। ਆਰਟੀਕਲ 70 ਦੇ ਵਿੱਚ ਕੀ ਕਿਹਾ ਹੈਗਾ? ਆਰਟੀਕਲ 70 ਦੇ ਵਿੱਚ ਇਹ ਗੱਲ ਕਹੀ ਗਈ ਹੈ ਭਾਈ, ਇਸ ਤਰ੍ਹਾਂ ਦੀ ਐਮਰਜੈਂਸੀ ਜਿਸ ਦੀ ਚਰਚਾ ਇਸ ਸੰਵਿਧਾਨ ਵਿੱਚ ਨਹੀਂ ਹੈ, ਤਾਂ ਵੀ ਉਸ ਦਾ ਕਾਰਜਕਾਲ ਉਪ ਰਾਸ਼ਟਰਪਤੀ ਦੁਆਰਾ ਸੰਭਾਲਿਆ ਜਾਵੇਗਾ। ਠੀਕ ਹੈ, ਸਮਝ ਗਏ? ਇਸ ਤਰ੍ਹਾਂ ਦੀ ਐਮਰਜੈਂਸੀ ਜਿਸ ਦੀ ਚਰਚਾ ਸੰਵਿਧਾਨ ਦੇ ਵਿੱਚ ਨਹੀਂ ਹੈਗੀ, ਤਾਂ ਉਸ ਦਾ ਕਾਰਜਕਾਲ ਵੀ ਉਪ ਰਾਸ਼ਟਰਪਤੀ ਸੰਭਾਲ ਸਕਦਾ। ਬਸ ਆਰਟੀਕਲ 70 ਦੇ ਵਿੱਚ ਇਹ ਲਿਖੀ ਹੋਈ ਹੈ। ਇਸ ਤੋਂ ਬਾਅਦ ਆਰਟੀਕਲ 71, ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਚੋਣ ਸਮੇਂ ਜੇਕਰ ਕੋਈ ਝਗੜਾ ਹੁੰਦਾ ਹੈ ਤਾਂ ਉਸ ਦਾ ਮਾਮਲਾ ਸੁਪਰੀਮ ਕੋਰਟ ਜਾਏਗਾ। ਇਹ ਪ੍ਰਸ਼ਨ ਪੇਪਰ ਦੇ ਵਿੱਚ ਆਇਆ ਹੋਇਆ ਕਿ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੋਨਾਂ ਦੀ ਚੋਣ ਹੋ ਰਹੀ ਹੈ, ਚੋਣ ਦੇ ਵਿੱਚ ਝਗੜਾ ਹੋ ਗਿਆ ਤਾਂ ਉਹਦਾ ਮਾਮਲਾ ਹੀ ਨਹੀਂ ਹੈਗਾ ਹਾਈ ਕੋਰਟ ਦੇ ਵਿੱਚ ਵਗ ਜੂਗਾ, ਕਿਉਂਕਿ ਹਾਈ ਕੋਰਟ ਦਾ ਬੜੀ ਲੋਅ ਲੈਵਲ ਦੀ ਆ ਗਈ ਉਹਨਾਂ ਦੇ ਮੁਕਾਬਲੇ। ਇਹਦਾ ਮਾਮਲਾ ਕਿੱਥੇ ਹੋਊਗਾ? ਸੁਪਰੀਮ ਕੋਰਟ ਦੇ ਵਿੱਚ ਜਾਊਗਾ। ਆਰਟੀਕਲ 71 ਦੇ ਵਿੱਚ ਇਹ ਗੱਲ ਲਿਖੀ ਹੋਈ ਹੈਗੀ। ਇਸ ਤੋਂ ਬਾਅਦ ਆਰਟੀਕਲ 72, ਆਰਟੀਕਲ 72 ਦੇ ਵਿੱਚ ਕੀ ਲਿਖਿਆ ਹੋਇਆ ਹੈਗਾ? ਇੱਥੇ ਇਹ ਨੌਲੇਜ ਜੋ ਕਿ ਉਪ ਰਾਸ਼ਟਰਪਤੀ ਦੀ ਮਿਸਿੰਗ ਹੋ ਗਈ, ਰਾਸ਼ਟਰਪਤੀ ਹੈ ਇੱਥੇ ਸਹੀ ਮਾਇਨਿਆਂ ਦੇ ਵਿੱਚ। ਆਰਟੀਕਲ 72 ਦੇ ਵਿੱਚ ਕਿਹਾ ਗਿਆ ਕਿ ਭਾਈ ਜਿਹੜਾ ਰਾਸ਼ਟਰਪਤੀ ਹੈ ਉਹ ਕਿਸੇ ਦੀ ਸਜ਼ਾ ਮਾफ़ ਕਰ ਸਕਦਾ। ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ? ਆਰਟੀਕਲ 71 ਦੇ ਵਿੱਚ ਲਿਖਿਆ ਹੋਇਆ ਉਹ ਆਮ ਸਜ਼ਾ ਨੂੰ ਫਾਂਸੀ ਦੀ ਸਜ਼ਾ ਵਿੱਚ ਵੀ ਬਦਲ ਸਕਦਾ, ਅਤੇ ਫਾਂਸੀ ਦੀ ਸਜ਼ਾ ਨੂੰ ਆਮ ਸਜ਼ਾ ਦੇ ਵਿੱਚ ਵੀ ਬਦਲ ਸਕਦਾ। 1 ਸਾਲ ਦੀ ਕੈਦ ਨੂੰ 20 ਸਾਲ ਦੀ ਬਣਾ ਸਕਦਾ, ਅਤੇ 20 ਸਾਲ ਦੀ ਕੈਦ ਨੂੰ 1 ਸਾਲ ਦੀ ਬਣਾ ਸਕਦਾ। ਇਸ ਤੋਂ ਬਾਅਦ ਆਰਟੀਕਲ 73 ਦੇ ਵਿੱਚ ਕੀ ਲਿਖਿਆ ਹੋਇਆ? ਐਕਸੀਕਿਊਟਿਵ ਦਾ ਵਿਸਤਾਰ। ਜਿਹੜੇ ਆਪਣੇ ਐਕਸੀਕਿਊਟਿਵ ਹੁੰਦੀ ਹੈਗੀ, ਮਤਲਬ ਜਿਹੜੇ ਆਪਣੇ ਮੰਤਰੀ ਕੰਮ ਕਰਦੇ ਆ, ਉਹਨਾਂ ਦਾ ਵੀ ਸਾਰਾ ਵਿਸਤਾਰ ਕਿਹਦੇ ਕੋਲ ਜਾਂਦਾ ਹੈਗਾ? ਸਾਰਾ ਡਾਟਾ ਜਾਂਦਾ ਰਾਸ਼ਟਰਪਤੀ ਕੋਲ। ਕੋਈ ਵੀ ਬਿੱਲ ਜਿੰਨਾ ਚਿਰ ਰਾਸ਼ਟਰਪਤੀ ਉਹ 'ਤੇ ਸਾਈਨ ਨਹੀਂ ਕਰਦਾ ਤਾਂ ਉਹਨਾਂ ਚਿਰ ਬਿੱਲ ਪਾਸ ਨਹੀਂ ਹੋਵੇਗਾ। ਪਾਵਰਾਂ ਤੁਹਾਨੂੰ ਮੈਂ ਕਰਵਾ ਕੇ ਗਿਆ ਸੀ, ਕਿਹੜੀਆਂ ਪਾਵਰਾਂ ਸੀ ਇਹਦੀਆਂ? ਬਿੱਟੋ ਪਾਵਰ ਕਿਹੜੀਆਂ ਸੀ? ਸਸਪੈਂਸ ਬਿੱਟੋ ਸੀ ਇੱਕ, ਤਾਂ ਇੱਕ ਪੌਕਟ ਬਿੱਟੋ ਸੀ। ਠੀਕ ਹੈ, ਇੱਕ ਤੀਸਰੀ ਦੱਸੋ? ਇੱਕ ਹੈਗੀ ਸੀ ਐਬਸੋਲਿਊਟ ਬਿੱਟੋ। ਐਬਸੋਲਿਊਟ ਬਿੱਟੋ ਦੇ ਵਿੱਚ ਕੀ ਸੀ? ਰਾਸ਼ਟਰਪਤੀ ਦੀਆਂ ਪਾਵਰਾਂ ਇਹ, ਪਰ ਜਦੋਂ ਰਾਸ਼ਟਰਪਤੀ ਮਰ ਗਿਆ ਉਹਦੀ ਜਗ੍ਹਾ 'ਤੇ ਉਪ ਰਾਸ਼ਟਰਪਤੀ ਪੈ ਗਿਆ ਤਾਂ ਉਹਦੀਆਂ ਤਾਕਤਾਂ ਵੀ ਸੇਮ ਟੂ ਸੇਮ ਹੀ ਹੋ ਜਾਣਗੀਆਂ। ਪੌਕਟ ਬਿੱਟੋ ਤਾਂ ਉਹ ਸੀ ਕਿ ਆਪਣੀ ਮਰਜ਼ੀ ਨਾਲ ਫੈਸਲਾ ਸੁਣਾ ਸਕਦਾ, ਕਿ ਮਤਲਬ ਉਹਨੇ ਫੈਸਲਾ ਪੌਕਟ ਦੇ ਵਿੱਚ ਪਾ ਲਿਆ। ਸਸਪੈਂਸ ਦੇ ਵਿੱਚ ਉਹ ਇੱਕ ਵਾਰੀ ਬਿੱਲ ਵਾਪਸ ਭੇਜੂਗਾ,
ਤੇ ਪੜ੍ਹਨ ਵਾਸਤੇ ਤੇ ਦੁਬਾਰੇ ਜਦੋਂ ਬਿੱਲ ਆਊਗਾ ਉਹਨੂੰ ਸਾਈਨ ਕਰਕੇ ਉਹਨੂੰ ਸਸਪੈਂਸ ਬਿੱਲ ਬਣ ਜੂਗਾ। ਐਬਸੋਲੂਟ ਬਿੱਲ ਵੀਟੋ ਦੇ ਵਿੱਚ ਕੀ ਕਰ ਸਕਦਾ, ਉਹ ਡਾਇਰੈਕਟ ਨਾ ਕਰ ਸਕਦਾ ਰਾਸ਼ਟਰਪਤੀ ਬਿੱਲ ਪਾਸ ਕਰਨ ਤੋਂ। ਪਰ ਜਿਹੜਾ ਮਨੀ ਬਿੱਲ ਹੁੰਦਾ ਗਾ, ਮਨੀ ਬਿੱਲ, ਉਹਦੇ ਵਿੱਚ ਰਾਸ਼ਟਰਪਤੀ ਨਾਲ 'ਚ ਕੋਈ ਪਾਵਰ ਨਹੀਂ ਵਰਤ ਸਕਦਾ, ਉਹਨੂੰ ਬਿੱਲ ਲਾਗੂ ਕਰਨਾ ਪਊਗਾ, ਭਾਵੇਂ ਮੈਜੋਰਟੀ ਘੱਟ ਆ ਭਾਵੇਂ ਮੈਜੋਰਟੀ ਵੱਧ ਹੈ। ਠੀਕ ਹੈ, ਤੇ ਗੱਲ ਯਾਦ ਰੱਖਣੀ ਪੁੱਤਰੋ। ਤੇ ਇਹ ਆਪਣਾ ਨਿਬੜ ਗਿਆ ਵਾਈਸ ਪ੍ਰੈਜ਼ੀਡੈਂਟ। ਹੁਣ ਗੱਲ ਸੁਣ ਲਓ, ਜੇ ਵਾਈਸ ਪ੍ਰੈਜ਼ੀਡੈਂਟ ਦੇ ਵਿੱਚੋਂ ਕੋਈ ਪ੍ਰੈਸ਼ਨ ਬਣਦਾ ਹੈ ਨਾ, ਤਾਂ ਮੈਂ ਇੰਨੀ ਗਰੰਟੀ ਲੈਂਦਾ ਕਿ ਜਿਹੜਾ ਮੈਂ ਤੁਹਾਨੂੰ ਕਰਵਾ ਕੇ ਗਿਆ ਹਾਂ ਇਹਦੇ ਬਾਅਦ ਵਿੱਚ ਬਈ ਪ੍ਰੈਸ਼ਨ ਨਹੀਂ ਬਣੂਗਾ। ਠੀਕ ਹੈ, ਇਹ ਤੋਂ ਬਾਅਦ ਪ੍ਰੈਸ਼ਨ ਨਹੀਂ ਬਣੂ। ਠੀਕ ਹੈ, ਅਤੇ ਬਾਕੀ ਲੈਕਚਰ ਧਿਆਨ ਨਾਲ ਲਾਉਣਾ ਪੂਰੇ ਨਾਲ। ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਪੁੱਛ ਲਿਆ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ ਰੀਜ਼ਨਿੰਗ ਦਾ ਲੈਕਚਰ ਅੱਜ ਆਪਾਂ ਰੀਜ਼ਨਿੰਗ ਦਾ ਕਲੌਕ ਕਰਾਂਗੇ, ਰੀਜ਼ਨਿੰਗ ਕਲੌਕ ਕਰਾਂਗੇ ਕਿਉਂਕਿ ਕਲੌਕ ਮੈਥ ਦੇ ਵਿੱਚ ਦੇ ਤਾ ਦਿੰਦੇ ਕਈਆਂ ਦੇ ਵਿੱਚ। ਅਤੇ ਜਿਹੜੇ ਪਟਵਾਰੀ ਵਾਲੇ ਬੱਚੇ ਆ ਭਾਈ, ਤੁਹਾਨੂੰ ਮੈਂ ਇਹ 1-2 ਦਿਨ ਦੀ ਮੈਨੂੰ ਟਾਈਮ ਦੇ ਦਿਓ, ਮੈਂ ਤੁਹਾਨੂੰ 100 MCQ ਦੀ ਵੀਡੀਓ ਦੇ ਦੂੰਗਾ ਇੱਕ। ਠੀਕ ਹੈ, 100 MCQ ਦੀ ਵੀਡੀਓ ਦੇ ਦੂੰਗਾ, ਅਤੇ ਆਹ ਭਾਈ ਸਾਰੇ ਕਰ ਲਿਓ। ਠੀਕ ਹੈ, ਅਤੇ ਦੂਸਰੀ ਗੱਲ, ਜਿਹੜੇ ਬੱਚੇ ਨੇ ਪੰਜਾਬ ਪੁਲਿਸ ਦਾ ਪੇਪਰ ਦੇਣਾ ਹੈਗਾ, ਸਿਪਾਹੀਆਂ ਦਾ ਜਾਂ SI ਦਾ ਪੇਪਰ ਦੇਣਾ, ਉਹ ਤਾਂ ਕਲੌਕ ਕਰ ਲੈਣ। ਠੀਕ ਹੈ, ਉਹਦਾ ਕਲੌਕ ਕਰ ਲੈਣ ਅਤੇ ਕੈਲੰਡਰ ਵੀ ਕਰ ਲੈਣ। ਜਿਹੜੇ ਬੱਚੇ ਨੇ ਇਕੱਲਾ ਪੰਜਾਬ ਪੁਲਿਸ ਜੇਲ੍ਹ ਵਾਰਡਨ ਦਾ ਪੇਪਰ ਹੀ ਦੇਣਾ, ਉਹ ਭਾਵੇਂ ਤੁਸੀਂ ਇਹ ਚੀਜ਼ਾਂ ਸਕਿੱਪ ਕਰ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਉਹਦੇ ਵਿੱਚ ਉਹਨੇ ਮੈਂਸ਼ਨ ਨਹੀਂ ਕੀਤਾ। ਪਰ ਜੇ ਤੁਸੀਂ ਕਰ ਲਓਗੇ ਤਾਂ ਥੋੜ੍ਹਾ ਪੋਸਟ ਪੁਆਇੰਟ ਆ, ਕਈ ਵਾਰੀ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ। ਇਹਨਾਂ ਨੇ ਲਿਖਿਆ ਵਾ ਹੁੰਦਾ ਪੇਪਰ ਦੇ ਵਿੱਚ, ਕੋਈ ਵੀ ਨੋਟੀਫਿਕੇਸ਼ਨ ਕਰਦੇ ਆ ਉਹਦੇ 'ਚ ਬਕਾਇਦਾ ਨੇ ਲਿਖਿਆ ਵਾ ਹੁੰਦਾ ਕਿ ਅਸੀਂ ਮੌਕੇ 'ਤੇ ਵੈਕੈਂਸੀ ਘਟਾ ਜਾਂ ਵਧਾ ਸਕਦੇ ਹਾਂ, ਜਾਂ ਅਸੀਂ ਸਿਲੇਬਸ ਨੂੰ ਚੇਂਜ ਕਰ ਸਕਦੇ ਹਾਂ। ਤਾਂ ਕਰਕੇ ਜੇ ਤੁਸੀਂ ਸਾਰਾ ਕਰਕੇ ਜਾਓਗੇ ਤਾਂ ਤੁਹਾਡੇ ਵਾਸਤੇ ਬੈਨੀਫਿਟ ਹੈ ਇਹ ਚੀਜ਼ ਦਾ। ਓਕੇ, ਅਤੇ ਹੋਰ ਬੱਚਿਓ ਬਸ ਜਿਉਂਦੇ ਵੱਧਦੇ ਰਹੋ ਅਤੇ ਵੀਡੀਓ ਧਿਆਨ ਨਾਲ ਲਾ ਲਿਓ। ਠੀਕ ਹੈ ਜੀ।